ਸਿੱਖ ਧਰਮ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜ ਮੀਰੀ ਪੀਰੀ ਦੇ ਮਾਲਕ ਆਦਿ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 1595 ਈਸਵੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨਜ਼ਦੀਕ ਪਿੰਡ ਗੁਰੂ ਕੀ ਵਡਾਲੀ ਵਿਖੇ ਹੋਇਆ। ਇਹ ਮੰਨਿਆ ਜਾਂਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਨੂੰ ਕਾਫੀ ਚਿਰ ਹੋ ਗੁਜ਼ਰਿਆ ਸੀ, ਪਰ ਆਪ ਜੀ ਦੇ ਘਰ ਕੋਈ ਸੰਤਾਨ ਨਹੀਂ ਸੀ। ਬਾਲ ਹਰਗੋਬਿੰਦ ਜੀ ਦਾ ਜਨਮ ਗੁਰੂ ਘਰ ਦੇ ਅਨੀਨ ਸਿੱਖ ਬਾਬਾ ਬੁੱਢਾ ਜੀ ਦੇ ਵਰ ਸਦਕਾ ਹੋਇਆ। ਬਾਲ ਹਰਗੋਬਿੰਦ ਜੀ ਦੇ ਜਨਮ ਦਾ ਸਭ ਤੋਂ ਵੱਧ ਦੁੱਖ ਆਪ ਜੀ ਦੇ ਤਾਇਆ ਪ੍ਰਿਥੀ ਚੰਦ ਨੂੰ ਹੋਇਆ, ਕਿਉਂਕਿ ਉਸ ਨੇ ਇਹ ਮਿੱਥ ਲਿਆ ਸੀ ਕਿ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਘਰ ਸੰਤਾਨ ਨਾ ਹੋਣ ਦੇ ਕਾਰਨ ਅਗਲਾ ਗੁਰਗੱਦੀ ਦਾ ਵਾਰਸ ਇਸ ਦਾ ਪੁੱਤਰ ਮਿਹਰਬਾਨ ਹੀ ਹੋਵੇਗਾ। ਈਰਖਾ ਵਸ ਇਸ ਨੇ ਬਾਲ ਹਰਗੋਬਿੰਦ ਜੀ ਨੂੰ ਬਾਲ ਅਵਸਥਾ ਵਿੱਚ ਖਤਮ ਕਰਨ ਦੀਆਂ ਬਹੁਤ ਯੋਜਨਾਵਾਂ ਘੜੀਆਂ, ਜਿਵੇਂ ਦਾਈ ਰਾਹੀਂ ਗੁਰੂ ਸਾਹਿਬ ਜੀ ਨੂੰ ਜ਼ਹਿਰ ਦੇਣ ਦਾ ਯਤਨ, ਪੰਡਤ ਦੁਆਰਾ ਜ਼ਹਿਰੀਲਾ ਦਹੀਂ ਖਵਾਉਣ ਦਾ ਯਤਨ, ਜੋਗੀ ਦੁਆਰਾ ਸੱਪ ਡਸਾਉਣ ਦਾ ਯਤਨ ਆਦਿ। ਕੁਝ ਸਮਾਂ ਵਡਾਲੀ ਬਿਤਾਉਣ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਪਰਿਵਾਰ ਨੂੰ ਸ੍ਰੀ ਅੰਮ੍ਰਿਤਸਰ ਲੈ ਆਏ ਅਤੇ ਬਾਲ ਹਰਗੋਬਿੰਦ ਜੀ ਦੀ ਪੜ੍ਹਾਈ ਅਤੇ ਸਿਖਲਾਈ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਕੋਲ ਆਰੰਭ ਕਰਵਾ ਦਿੱਤੀ। ਬਾਲ ਹਰਗੋਬਿੰਦ ਜੀ ਨੂੰ ਦੁਨਿਆਵੀ ਵਿਦਿਆ ਦੇ ਨਾਲ-ਨਾਲ ਘੋੜਸਵਾਰੀ, ਤਲਵਾਰਬਾਜ਼ੀ, ਸ਼ਿਕਾਰ, ਕੁਸ਼ਤੀਆਂ ਆਦਿ ਦੀ ਯੋਗ ਸਿਖਲਾਈ ਦੇ ਕੇ ਸੰਤ ਸਿਪਾਹੀ ਜਿਹੀ ਸਿੱਖਿਆ ਦਿੱਤੀ ਗਈ। ਬਾਲ ਹਰਗੋਬਿੰਦ ਜੀ ਦੇ ਜਨਮ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਸਮੇਂ ਤੱਕ ਬਹੁਤ ਹੀ ਮਹੱਤਵਪੂਰਨ ਕਾਰਜਾਂ ਨੂੰ ਸੰਪੂਰਨ ਕਰਨ ਵੱਲ ਧਿਆਨ ਦਿੱਤਾ। ਇਹਨਾਂ ਚੋਂ ਪ੍ਰਮੁੱਖ 1604 ਈਸਵੀ ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਭਾਈ ਗੁਰਦਾਸ ਜੀ ਤੋਂ ਲਿਖਵਾ ਕੇ ਇਸ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਰਵਾਇਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਕਾਰਨ ਬਾਲ ਹਰਗੋਬਿੰਦ ਜੀ 11 ਸਾਲ ਦੀ ਉਮਰ ਵਿੱਚ 1606 ਈਸਵੀ ਨੂੰ ਗੁਰਗੱਦੀ ਤੇ ਬਿਰਾਜਮਾਨ ਹੋਏ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਸ਼ਸਤਰਧਾਰੀ ਹੋ ਕੇ ਗੁਰਗੱਦੀ ਤੇ ਬੈਠਣ ਦਾ ਆਦੇਸ਼ ਕੀਤਾ। ਗੁਰਗੱਦੀ ਦੀ ਮਰਿਆਦਾ ਨੂੰ ਬਦਲਦਿਆਂ ਹੋਇਆ ਆਪ ਨੇ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ। ਮੀਰੀ ਰਾਜਸੀ ਸ਼ਕਤੀ ਦਾ ਸੂਚਕ ਹੈ, ਜਦੋਂ ਕਿ ਪੀਰੀ ਅਧਿਆਤਮਵਾਦੀ ਰਹੱਸਵਾਦ ਦਾ ਸੂਚਕ ਹੈ। ਮੀਰੀ ਸੰਸਾਰਕ ਖੇਤਰ ਨਾਲ ਸੰਬੰਧਿਤ ਹੈ, ਜਦੋਂ ਕਿ ਪੀਰੀ ਦਾ ਸੰਬੰਧ ਦੇਵੀ ਅਨੁਸਰਨ ਦਾ ਧਾਰਨੀ ਹੈ। ਸਿੱਖ ਧਰਮ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਮੀਰੀ ਪੀਰੀ ਦਾ ਸਿਧਾਂਤ ਅਧਿਆਤਮਕਤਾ ਅਤੇ ਸੰਸਾਰਕਤਾ ਦਾ ਸੁਮੇਲ ਹੈ। ਇਹ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਇਹ ਸ਼ਸਤਰ ਤੇ ਸ਼ਾਸਤਰ ਦਾ ਸੁਮੇਲ ਹੋ ਕੇ ਰੂਹਾਨੀ ਤੇ ਸੰਸਾਰਕ ਸ਼ਕਤੀ ਦੀ ਏਕਤਾ ਦਾ ਚਮਤਕਾਰ ਹੈ। ਮੀਰੀ ਪੀਰੀ ਦਾ ਸਿਧਾਂਤ ਨਾ ਤਾਂ ਵਕਤੀ ਲੋੜ ਦਾ ਸੂਚਕ ਸੀ ਅਤੇ ਨਾ ਹੀ ਵਕਤੀ ਘਟਨਾਵਾਂ ਤੇ ਪ੍ਰਤੀਕਰਮ ਦਾ ਸਿੱਟਾ। ਇਹ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਿਰ ਧਰ ਤਲੀ ਗਲੀ ਮੇਰੀ ਆਓ ਦਾ ਪੂਰਵ ਨਿਸ਼ਚਿਤ ਦਿਵ ਦ੍ਰਿਸ਼ਟਤਾ ਅਨਿਖੜਵਾਂ ਅੰਗ ਸੀ। ਮੀਰੀ ਪੀਰੀ ਦਾ ਸੰਕਲਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਤੱਖ ਸਰੂਪ ਸੀ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੇ ਸਿੱਖ ਧਰਮ ਦੇ ਸਾਹਮਣੇ ਭਵਿੱਖਮਈ ਸਮੱਸਿਆਵਾਂ ਦਾ ਚਿੱਤਰਣ ਕਰ ਦਿੱਤਾ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤਾਂ ਨੂੰ ਅੱਗੇ ਸ਼ਸਤਰ ਅਤੇ ਵਧੀਆ ਘੋੜੇ ਗੁਰੂ ਦਰਬਾਰ ਵਿੱਚ ਭੇਜਣ ਅਤੇ ਖੁਦ ਵੀ ਸ਼ਸਤਰਧਾਰੀ ਹੋ ਕੇ ਤਿਆਰ ਬਰ-ਤਿਆਰ ਰਹਿਣ ਲਈ ਹੁਕਮਨਾਮੇ ਜਾਰੀ ਕੀਤੇ। ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਦੀ ਮਦਦ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ 1609 ਈਸਵੀ ਵਿੱਚ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਨੇ ਭਵਿੱਖ ਵਿੱਚ ਖਾਲਸੇ ਨੂੰ ਗੁਰਪੰਥ ਦੇ ਸਕਾਰਾਤਮਕ ਰੂਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧੀਨ ਹੋ ਚੱਲਣ ਦੇ ਮਾਇਨੇ ਸਮਝਾਉਣੇ ਸਨ। ਸਰਬੱਤ ਖਾਲਸਾ ਤੇ ਗੁਰਮਤਿ ਜਿਹੇ ਖਾਲਸਾਈ ਸਿਧਾਂਤਾਂ ਨੇ ਪੈਦਾ ਹੋ ਖਾਲਸੇ ਦੀ ਮਾਨਵਤਾਵਾਦੀ ਪਹੁੰਚ ਦਾ ਪ੍ਰਗਟਾਵਾ ਕਰਨਾ ਸੀ। ਸਰੀਰਕ ਬਲਵਾਨਤਾ ਦੇ ਨਾਲ ਹੁਣ ਆਤਮਿਕ ਬਲਵਾਨਤਾ ਲਈ ਗੁਰਬਾਣੀ ਕੀਰਤਨ ਦੇ ਨਾਲ ਯੋਧਿਆਂ ਦੀਆਂ ਵਾਰਾਂ ਵੀ ਗਾਈਆਂ ਜਾਣ ਲੱਗੀਆਂ। ਅਨੇਕਾਂ ਨੌਜਵਾਨਾਂ ਨੇ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਅੱਗੇ ਪੇਸ਼ ਕਰ ਆਪਣਾ ਤਨ, ਮਨ ਅਤੇ ਧਨ ਗੁਰੂ ਸਾਹਿਬ ਜੀ ਨੂੰ ਅਰਪਣ ਕਰਨ ਦੇ ਪ੍ਰਣ ਕੀਤੇ। ਗੁਰੂ ਸਾਹਿਬ ਜੀ ਨੇ ਇਹਨਾਂ ਨੌਜਵਾਨਾਂ ਨੂੰ ਸ਼ਸਤਰਾਂ ਦਾ ਅਭਿਆਸ ਕਰਵਾ ਯੁੱਧ ਕਲਾ ਵਿੱਚ ਨਿਪੁੰਨ ਕੀਤਾ ਅਤੇ ਭਾਈ ਬਿੱਦੀ ਚੰਦ, ਭਾਈ ਪਿਰਾਣਾ ਜੀ, ਭਾਈ ਜੇਠਾ ਜੀ, ਭਾਈ ਪਿਆਰਾ ਜੀ ਅਤੇ ਭਾਈ ਲੰਗਾ ਜੀ ਨੂੰ ਇਹਨਾਂ ਯੋਧਿਆਂ ਦੇ ਪ੍ਰਮੁੱਖ ਵਜੋਂ ਥਾਪਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਨੂੰ ਬਹੁਤ ਹੀ ਉਚਿਤ ਤਰੀਕੇ ਨਾਲ ਅਗਾਂਹ ਵਧਾਇਆ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਦਸ਼ਾਹ ਜਹਾਂਗੀਰ ਦੁਆਰਾ ਦਿੱਲੀ ਸੱਦਿਆ ਗਿਆ। ਆਪ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਨਾਲ ਸੋਚ ਵਿਚਾਰ ਕਰਕੇ ਦਿੱਲੀ ਜਾਣ ਦਾ ਫੈਸਲਾ ਲਿਆ। ਦਿੱਲੀ ਆਪ ਜੀ ਨੇ ਮਜਨੂ ਕੇ ਟੀਲੇ ਦਾ ਟਿਕਾਣਾ ਕੀਤਾ। ਗੁਰੂ ਸਾਹਿਬ ਜੀ ਜਹਾਂਗੀਰ ਨਾਲ ਮਿਲਣ ਤੋਂ ਬਾਅਦ ਉਸ ਦੇ ਨਾਲ ਆਗਰੇ ਵੱਲ ਨੂੰ ਚਲੇ ਗਏ, ਜਿੱਥੇ ਕਿ ਆਪ ਨੇ ਸ਼ੇਰ ਦਾ ਸ਼ਿਕਾਰ ਕੀਤਾ। ਉਪਰੰਤ ਜਹਾਂਗੀਰ ਆਪ ਦੇ ਬਾਹੂਬਲ ਤੇ ਸੈਨਿਕ ਸ਼ਕਤੀ ਤੋਂ ਭੈਭੀਤ ਹੋਇਆ। ਉਸ ਨੇ ਆਪ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨ ਦਾ ਹੁਕਮ ਦਿੱਤਾ, ਜਿੱਥੇ ਕਿ ਹਿੰਦੁਸਤਾਨ ਦੇ ਕਈ ਰਾਜੇ ਪਹਿਲਾਂ ਹੀ ਕੈਦ ਸਨ। ਗਵਾਲੀਅਰ ਵਿਖੇ ਰਾਜਸ਼ਾਹੀ ਵੱਲੋਂ ਮਿਲਣ ਵਾਲੇ ਭੋਜਨ ਤੋਂ ਇਨਕਾਰ ਕਰ ਆਪ ਜੀ ਨੇ ਗੁਰਸਿੱਖਾਂ ਦੇ 10 ਨੋਹਾਂ ਦੀ ਕਿਰਤ ਕਮਾਈ ਚੋਂ ਸਾਦਾ ਭੋਜਨ ਛਕਣ ਨੂੰ ਤਰਜੀਹ ਦਿੱਤੀ। ਸਮਾਂ ਪਾ ਕੇ ਜਦੋਂ ਜਹਾਂਗੀਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਗੁਰੂ ਸਾਹਿਬ ਜੀ ਦੀ ਰਿਹਾਈ ਦੇ ਹੁਕਮ ਦਿੱਤੇ। ਗਵਾਲੀਅਰ ਵਿਖੇ ਬੰਦੀ ਹੋਰ ਰਾਜਿਆਂ ਨੇ ਵੀ ਆਪਣੀ ਬੰਦ ਖਲਾਸੀ ਲਈ ਗੁਰੂ ਸਾਹਿਬ ਜੀ ਪਾਸ ਬੇਨਤੀ ਕੀਤੀ। ਗੁਰੂ ਸਾਹਿਬ ਜੀ ਦਾ ਕਲੀਆਂ ਵਾਲਾ ਚੋਲਾ ਫੜ 52 ਰਾਜੇ ਵੀ ਬੰਦੀ ਖਾਣੇ ਤੋਂ ਮੁਕਤ ਹੋਏ। ਇਸੇ ਕਰਕੇ ਸਿੱਖ ਕੌਮ ਆਪ ਜੀ ਨੂੰ ਬੰਦੀ ਛੋੜ ਦੇ ਨਾਮ ਨਾਲ ਯਾਦ ਕਰਦੀ ਹੋਈ ਹਰ ਸਾਲ ਬੰਦੀ ਛੋੜ ਦਿਵਸ ਮਨਾਉਂਦੀ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ 3 ਸ਼ਾਦੀਆਂ ਬੀਬੀ ਦਮੋਦਰੀ ਜੀ, ਬੀਬੀ ਨਾਨਕੀ ਜੀ ਅਤੇ ਬੀਬੀ ਮਹਾਦੇਵੀ ਜੀ ਨਾਲ ਹੋਇਆ। ਆਪ ਜੀ ਦੇ ਗ੍ਰਹਿ ਵਿਖੇ 5 ਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅੰਨੀ ਰਾਏ ਜੀ, ਬਾਬਾ ਅਟਲ ਰਾਏ ਜੀ, ਬਾਬਾ ਤਿਆਗਮਲ ਜੀ ਅਤੇ ਇੱਕ ਪੁੱਤਰੀ ਬੀਬੀ ਵੀਰੋ ਜੀ ਨੇ ਜਨਮ ਲਿਆ। ਬਾਦਸ਼ਾਹ ਜਹਾਂਗੀਰ ਨਾਲ ਮਿੱਤਰਤਾ ਪੂਰਨ ਸੰਬੰਧਾਂ ਕਾਰਨ ਹੁਣ ਆਪਣੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਪ੍ਰਚਾਰ ਯਾਤਰਾਵਾਂ ਆਰੰਭ ਕੀਤੀਆਂ। ਗੁਰੂ ਸਾਹਿਬ ਜੀ ਸ਼੍ਰੀਨਗਰ, ਸਿਆਲਕੋਟ, ਵਜ਼ੀਰਾਬਾਦ, ਮਹਿਪੁਰ, ਬਿੰਬਰ, ਬਹਿਰਾਮ ਪ੍ਰਚਾਰ ਦੌਰੇ ਲਈ ਗਏ। ਫਿਰ ਆਪ ਬਾਰਾਮੂਲਾ, ਊੜੀ, ਮੁਜ਼ੱਫਰਾਬਾਦ ਤੇ ਫਿਰ ਗੁਜਰਾਤ ਵੀ ਗਏ। ਸਿੱਖ ਧਰਮ ਦੇ ਅਨੀਨ ਸੇਵਕ ਭਾਈ ਅਲਮਸਤ ਜੀ ਦੀ ਬੇਨਤੀ ਪੁਰ ਆਪ ਨਾਨਕ ਮੱਤੇ ਵੀ ਗਏ। ਇਹਨਾਂ ਪ੍ਰਚਾਰ ਯਾਤਰਾਵਾਂ ਨੇ ਦੂਰ ਦੁਰਾਡੇ ਦੇ ਸਿੱਖਾਂ ਵਿੱਚ ਨਵੀਂ ਰੂਹ ਫੂਕੀ ਅਤੇ ਸਿੱਖ ਧਰਮ ਦੇ ਨਵੀਨ ਰੂਪ ਨੂੰ ਸਮਝਿਆ ਤੇ ਪ੍ਰਵਾਨ ਕੀਤਾ। ਭਾਵੇਂ ਗੁਰੂ ਸਾਹਿਬ ਜੀ ਦੇ ਸੰਬੰਧ ਜਹਾਂਗੀਰ ਨਾਲ ਮਿੱਤਰਤਾ ਵਾਲੇ ਸਨ, ਪਰੰਤੂ ਆਪ ਨੇ ਸਿੱਖਾਂ ਵਿੱਚ ਯੁੱਧ ਸ਼ੈਲੀ ਅਤੇ ਸੈਨਿਕ ਸ਼ਕਤੀ ਨੂੰ ਮਜ਼ਬੂਤ ਕਰਨ ਵੱਲ ਪੂਰਾ ਧਿਆਨ ਦਿੱਤਾ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ 300 ਘੋੜ ਸਵਾਰ ਸਨ। ਆਪ ਦੇ ਅਸਤਬਲ ਵਿੱਚ 800 ਘੋੜੇ ਸਨ ਅਤੇ 60 ਮਿਸ਼ਾਲਚੀ ਹਰ ਸਮੇਂ ਆਪ ਜੀ ਦੇ ਹੁਕਮ ਵਿੱਚ ਹਾਜ਼ਰ ਰਹਿੰਦੇ ਸਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਰੇਕ ਦੁਖੀ, ਲੋੜਵੰਦ ਅਤੇ ਤ੍ਰਿਕਾਰੇ ਹੋਏ ਲੋਕਾਂ ਨੂੰ ਆਪਣੀ ਸ਼ਰਨ ਵਿੱਚ ਜਗ੍ਹਾ ਦਿੰਦੇ ਸਨ। ਜਹਾਂਗੀਰ ਦੀ ਮੌਤ ਤੋਂ ਬਾਅਦ ਸ਼ਾਹਜਹਾਨ ਰਾਜਗੱਦੀ ਤੇ ਬੈਠਾ। ਸ਼ਾਹਜਹਾਨ ਆਪਣੇ ਪਿਤਾ ਅਤੇ ਦਾਦੇ ਨਾਲੋਂ ਜ਼ਿਆਦਾ ਕੱਟੜਵਾਦੀ ਸੀ। ਇਸ ਦੇ ਨਾਲ ਹੀ ਉਸ ਨੇ ਇਹ ਫਰਮਾਨ ਵੀ ਜਾਰੀ ਕੀਤਾ ਕਿ ਹਿੰਦੂਆਂ ਕੋਲੋਂ ਇਸਲਾਮ ਧਰਮ ਕਬੂਲ ਕਰਵਾਇਆ ਜਾਵੇ ਅਤੇ ਜੋ ਇਸਲਾਮ ਕਬੂਲ ਕਰਨ ਉਨ੍ਹਾਂ ਨੂੰ ਯੋਗ ਤਰੀਕੇ ਨਾਲ ਸਨਮਾਨਿਤ ਵੀ ਕੀਤਾ ਜਾਵੇ। ਅਨੇਕਾਂ ਹਿੰਦੂਆਂ ਨੇ ਇਸਲਾਮ ਕਬੂਲ ਕਰ ਰਾਜਾਸ਼ਾਹੀ ਤੋਂ ਵਾਹ ਖੱਟੀ। ਲਾਹੌਰ ਦੇ ਕਾਜੀ ਦੀ 27 ਕੋਲਾਂ ਨਾਨਕ ਨਾਮ ਲੇਵਾ ਹੋਈ ਤਾਂ ਉਸ ਨੇ ਗੁਰੂ ਸਾਹਿਬ ਜੀ ਦੀ ਸ਼ਰਨ ਲਈ। ਸਿੱਖ ਇਤਿਹਾਸ ਵਿੱਚ ਇਸ ਬੀਬੀ ਨੂੰ ਮਾਤਾ ਕੋਲਾਂ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਕਾਜੀ ਨੇ ਗੁਰੂ ਸਾਹਿਬ ਜੀ ਦੇ ਵੱਧ ਰਹੇ ਪ੍ਰਭਾਵ ਅਤੇ ਸਿੱਖ ਧਰਮ ਦੇ ਪ੍ਰਸਾਰ ਬਾਰੇ ਬਾਦਸ਼ਾਹ ਦੇ ਕੰਨ ਭਰੇ। ਨਕਸ਼ਬੰਦੀ ਵੀ ਵੱਧ ਰਹੇ ਪ੍ਰਭਾਵ ਤੋਂ ਭੈਭੀਤ ਹੋ ਰਹੇ ਸਨ। ਸਿੱਖ ਧਰਮ ਅਤੇ ਰਾਜਸ਼ਾਹੀ ਵਿੱਚ ਵਿਰੋਧ ਨੂੰ ਭੜਕਾਉਣ ਲਈ ਦੋਖੀ ਪੂਰਾ ਯੋਗਦਾਨ ਪਾ ਰਹੇ ਸਨ। ਸ਼ਾਹਜਹਾਂ ਤੇ ਅਹਿਲਕਾਰਾਂ ਵੱਲੋਂ ਸਿੱਖ ਅਤੇ ਰਾਜਸ਼ਾਹੀ ਦੇ ਝਗੜੇ ਨੂੰ ਸੁਲਝਾਉਣ ਲਈ ਸ਼ਾਹਜਹਾਂ ਨੂੰ ਗੁਮਟਾਲੇ ਲਾਗੇ ਸ਼ਿਕਾਰ ਖੇਡਣ ਲਈ ਲਿਜਾਇਆ ਗਿਆ। ਇਸ ਸਮੇਂ ਸ਼ਾਹੀ ਬਾਜ ਸਿੱਖਾਂ ਦੇ ਖੇਮੇ ਵਿੱਚ ਆ ਗਿਆ। ਸ਼ਾਹੀ ਸੈਨਿਕਾਂ ਦੀ ਮੰਗ ਦਾ ਵਿਰੋਧ ਕਰਦਿਆਂ ਸਿੱਖਾਂ ਨੇ ਬਾਜ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਝਗੜੇ ਕਾਰਨ ਜੰਗ ਹੋਈ ਅਤੇ ਅਨੇਕਾਂ ਸੈਨਿਕ ਜੰਗ ਵਿੱਚ ਮਾਰੇ ਗਏ। ਇਸ ਤੇ ਨਾਰਾਜ਼ ਹੋ ਸ਼ਾਹਜਹਾਂ ਬਾਦਸ਼ਾਹ ਨੇ 7000 ਸੈਨਿਕ ਮੁਖਲਿਸ ਖਾਂ ਦੀ ਅਗਵਾਈ ਵਿੱਚ ਗੁਰੂ ਸਾਹਿਬ ਜੀ ਵਿਰੁੱਧ ਤੋਰੇ। ਗੁਰੂ ਸਾਹਿਬ ਜੀ ਉਸ ਸਮੇਂ ਬੀਬੀ ਵੀਰੋ ਜੀ ਦੇ ਵਿਆਹ ਦੀਆਂ ਤਿਆਰੀਆਂ ਕਰਵਾ ਰਹੇ ਸਨ। ਹਾਲਾਤ ਦੀ ਨਾਜ਼ੁਕਤਾ ਨੂੰ ਵੇਖਦੇ ਹੋਏ ਗੁਰੂ ਸਾਹਿਬ ਜੀ ਨੇ ਆਪਣੀ ਪੁੱਤਰੀ ਦੀ ਸ਼ਾਦੀ ਅੰਮ੍ਰਿਤਸਰ ਦੇ ਬਜਾਏ ਨੇੜਲੇ ਕਸਬੇ ਝਬਾਲ ਵਿਖੇ ਸੰਪੂਰਨ ਕਰਵਾਈ। ਲੋਹਗੜ੍ਹ ਦੇ ਸਥਾਨ ਤੇ
ਲੋਹਗੜ੍ਹ ਦੇ ਸਥਾਨ ਤੇ ਸਿੱਖਾਂ ਨੇ ਫੌਜ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅਗਲੇ ਦਿਨ ਹੱਥੋਂ ਹੱਥ ਜੰਗ ਵਿੱਚ ਮੁਖਲਿਸ ਖਾਂ ਗੁਰੂ ਸਾਹਿਬ ਜੀ ਨਾਲ ਯੁੱਧ ਕਰਦਾ ਮਾਰਿਆ ਗਿਆ। ਇਹ ਘਟਨਾ 1628 ਈਸਵੀ ਦੀ ਹੈ। ਸ਼੍ਰੀ ਗੁਰੂ ਹਰਗੋਬਿੰਦਪੁਰ ਦੇ ਸਥਾਨ ਤੇ 1630 ਈਸਵੀ ਵਿੱਚ ਗੁਰੂ ਸਾਹਿਬ ਨੂੰ ਮੁਗਲ ਫੌਜਾਂ ਨਾਲ ਇੱਕ ਹੋਰ ਜੰਗ ਲੜਨੀ ਪਈ। ਇਸ ਜੰਗ ਵਿੱਚ ਜਲੰਧਰ ਦੇ ਫੌਜਦਾਰ ਅਬਦੁੱਲਾ ਖਾਂ ਦੀਆਂ ਫੌਜਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇੱਕ ਵਾਰ ਗੁਰੂ ਸਾਹਿਬ ਜੀ ਲਈ ਭੇਟ ਕੀਤੀ ਜਾ ਰਹੇ 2 ਘੋੜੇ ਸ਼ਾਹੀ ਫੌਜਾਂ ਵੱਲੋਂ ਖੋਹ ਕੇ ਸ਼ਾਹੀ ਅਸਤਬਲ ਵਿੱਚ ਭੇਜ ਦਿੱਤੇ ਗਏ। ਸਿੱਖਾਂ ਨੇ ਇਸ ਘਟਨਾ ਨੂੰ ਗੁਰੂ ਘਰ ਦੀ ਨਿਰਾਦਰੀ ਨਾਲ ਤੁਲਨਾਇਆ। ਭਾਈ ਬਿੰਦੀ ਚੰਦ ਇੱਕ ਵਾਰ ਨਜੂਮੀ ਤੇ ਇੱਕ ਵਾਰ ਘਾਈ ਬਣ ਕੇ ਘੋੜੇ ਛੁਡਾ ਲਿਆਏ। ਸਿੱਖਾਂ ਨੂੰ ਸਬਕ ਸਿਖਾਉਣ ਲਈ ਸ਼ਾਹੀ ਫੌਜਾਂ 1631 ਈਸਵੀ ਵਿੱਚ ਲੱਲਾ ਬੇਗ ਤੇ ਕਮਰ ਬੇਗ ਦੀ ਕਮਾਨ ਹੇਠ ਚੜ੍ਹੀਆਂ। ਸਿੱਖਾਂ ਨੇ ਸ਼ਾਹੀ ਫੌਜ ਦਾ ਡਟ ਕੇ ਮੁਕਾਬਲਾ ਕਰਦਿਆਂ ਹੋਇਆਂ ਜਿੱਤ ਪ੍ਰਾਪਤ ਕੀਤੀ। ਗੁਰੂ ਸਾਹਿਬ ਜੀ ਨੇ ਜਿੱਤ ਤੇ ਖੁਸ਼ ਹੋ ਕੇ ਤਾਲ ਪੁਟਵਾਇਆ ਤੇ ਉਸ ਦਾ ਨਾਮ ਗੁਰਸੁਰ ਰੱਖਿਆ। ਗੁਰੂ ਸਾਹਿਬ ਜੀ ਨੂੰ ਕਰਤਾਰਪੁਰ ਦੇ ਸਥਾਨ ਤੇ 1634 ਈਸਵੀ ਵਿੱਚ ਇੱਕ ਹੋਰ ਯੁੱਧ ਦਾ ਸਾਹਮਣਾ ਕਰਨਾ ਪਿਆ, ਜਿਸ ਦਾ ਪ੍ਰਮੁੱਖ ਕਾਰਨ ਪੈਂਦੇ ਖਾਂ ਸੀ। ਧੀਰਮਲ ਨੇ ਵੀ ਪੈਂਦੇ ਖਾਂ ਦੀ ਹਿਮਾਇਤ ਕੀਤੀ। ਸਿੱਖ ਫੌਜਾਂ ਦੇ ਪ੍ਰਮੁੱਖ ਬਾਬਾ ਗੁਰਦਿੱਤਾ ਜੀ ਅਤੇ ਬਾਬਾ ਬਿੰਦੀ ਚੰਦ ਜੀ ਸਨ। ਇਸ ਜੰਗ ਵਿੱਚ ਬਾਬਾ ਦਿਆਗਮਲ ਜੀ ਯਾਨੀ ਕਿ ਗੁਰੂ ਤੇਗ ਬਹਾਦਰ ਜੀ ਨੇ ਵੀ ਹਿੱਸਾ ਲਿਆ, ਜੋ ਉਸ ਸਮੇਂ ਕੇਵਲ 14 ਵਰ੍ਹਿਆਂ ਦੇ ਸਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਦਿਆਗਮਲ ਜੀ ਦੀ ਤੇਗ ਵਗਾਉਣ ਤੇ ਬਹੁਤ ਖੁਸ਼ ਹੋਏ। ਗੁਰੂ ਸਾਹਿਬ ਜੀ ਨੇ ਪੈਂਦੇ ਖਾਂ ਨੂੰ ਪਹਿਲਾ ਵਾਰ ਕਰਨ ਦਾ ਮੌਕਾ ਦਿੱਤਾ। ਗੁਰੂ ਸਾਹਿਬ ਜੀ ਨੇ ਉਸ ਦੇ ਸਭ ਵਾਰ ਰੋਕ ਕੇ ਅਸਫਲ ਕਰ ਦਿੱਤੇ। ਅੰਤ ਗੁਰੂ ਸਾਹਿਬ ਜੀ ਨੇ ਕਿਰਪਾਨ ਦਾ ਅਜਿਹਾ ਵਾਰ ਕੀਤਾ ਕਿ ਪੈਂਦੇ ਖਾਂ ਭੋਂ ਉੱਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਡਿੱਗ ਪਿਆ। ਗੁਰੂ ਸਾਹਿਬ ਜੀ ਨੇ ਧੁੱਪ ਤੋਂ ਬਚਾਉਣ ਅਤੇ ਅੰਤਮ ਸਮਾਂ ਨੇੜੇ ਜਾਣ ਉਸ ਨੂੰ ਢਾਲ ਦੀ ਛਾਂ ਕੀਤੀ ਅਤੇ ਕਲਮਾ ਪੜ੍ਹਨ ਲਈ ਕਿਹਾ। ਪੈਂਦੇ ਖਾਂ ਨੇ ਕਿਹਾ, ਗੁਰੂ ਸਾਹਿਬ ਤੁਹਾਡੀ ਤਲਵਾਰ ਹੀ ਮੇਰਾ ਕਲਮਾ ਤੇ ਮੁਕਤੀ ਦਾਤਾ ਹੈ। ਹੱਥੋਂ ਹੱਥ ਹੋਈ ਜੰਗ ਵਿੱਚ ਪੈਂਦੇ ਖਾਂ ਮਾਰਿਆ ਗਿਆ ਅਤੇ ਸਿੱਖ ਫੌਜਾਂ ਨੂੰ ਜਿੱਤ ਪ੍ਰਾਪਤ ਹੋਈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ 4 ਜੰਗਾਂ ਲੜੀਆਂ। ਚੌਹਾਂ ਹੀ ਮੌਕਿਆਂ ਤੇ ਆਪ ਜੀ ਨੂੰ ਆਪਣੀ ਰੱਖਿਆ ਲਈ ਲੜਨਾ ਪਿਆ। ਆਪ ਜੀ ਦੇ ਜੰਗ ਰਾਜਸੀ ਨਾ ਹੋ ਕੇ ਧਰਮ ਯੁੱਧ ਸਨ। ਇਹ ਯੁੱਧ ਰਾਜ ਕਾਇਮ ਕਰਨ ਦੀ ਖਾਤਰ ਨਹੀਂ ਬਲਕਿ ਕੌਮ ਉਸਾਰੀ ਦੀ ਇੱਕ ਜ਼ਰੂਰੀ ਮੰਜ਼ਿਲ ਦੇ ਤੌਰ ਤੇ ਲੜੇ ਗਏ ਸਨ। ਇਹਨਾਂ ਯੁੱਧਾਂ ਨੇ ਸਿੱਖ ਕੌਮ ਵਿੱਚ ਅਣਖ, ਸਵ ਸਤਿਕਾਰ ਅਤੇ ਭਾਈਚਾਰੇ ਨੂੰ ਪੈਦਾ ਕਰ ਮੁਰਦਾ ਮਾਨਸਿਕਤਾ ਨੂੰ ਖਤਮ ਕਰਨ ਵਿੱਚ ਭਰਪੂਰ ਯੋਗਦਾਨ ਪਾਇਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਜਦੋਂ ਵੀ ਸਮਾਂ ਮਿਲਦਾ ਸਮੇਂ ਅਨੁਸਾਰ ਛੋਟੇ ਜਾਂ ਵੱਡੇ ਪ੍ਰਚਾਰ ਦੌਰੇ ਕਰਦੇ ਰਹਿੰਦੇ। 1634 ਈਸਵੀ ਵਿੱਚ ਸ਼੍ਰੀ ਨਗਰ ਵਿਖੇ ਪ੍ਰਚਾਰ ਦੌਰੇ ਦੌਰਾਨ ਮਰਾਠੀ ਸੰਤ ਸਮਰਥ ਰਾਮਦਾਸ ਗੁਰੂ ਸਾਹਿਬ ਜੀ ਨੂੰ ਮਿਲਿਆ। ਸਮਰਥ ਰਾਮਦਾਸ ਨੇ ਸਵਾਲ ਕੀਤਾ, ਮੈਂ ਸੁਣਿਆ ਤੁਸੀਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਉੱਤਰਾਧਿਕਾਰੀ ਹੋ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਤਿਆਗਿਆ ਸੀ। ਤੁਸੀਂ ਸ਼ਸਤਰਧਾਰੀ ਹੋ, ਘੋੜ ਸਵਾਰ ਹੋ, ਸੈਨਾ ਰੱਖਦੇ ਹੋ ਤੇ ਲੋਕ ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ ਹਨ। ਤੁਸੀਂ ਕਿਸ ਤਰ੍ਹਾਂ ਦੇ ਸਾਧੂ ਹੋ? ਗੁਰੂ ਸਾਹਿਬ ਨੇ ਉੱਤਰ ਦਿੱਤਾ, ਜ਼ਾਹਿਰ ਫਕੀਰੀ, ਬਾਤਨ ਅਮੀਰੀ, ਸ਼ਸਤਰ ਗਰੀਬ ਦੀ ਰੱਖਿਆ, ਜਰਵਾਨੇ ਦੀ पखिया। बाबा नानक माया त्यागी थी, जगत नहीं त्याग्या था। समर्थ रामदास ने कहा, ये बात हमारे मन भावती है। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਆਖਿਰ 10 ਸਾਲ ਕੀਰਤਪੁਰ ਦੇ ਸਥਾਨ ਤੇ ਬਿਤਾਏ। ਉਹ ਰੋਜ਼ਾਨਾ ਦੇ ਜੀਵਨ ਵਿੱਚ ਉਹਨਾਂ ਗੁਣਾਂ ਤੇ ਅਮਲ ਕਰਨ ਦੇ ਹੱਕ ਵਿੱਚ ਸਨ ਜਿਹੜੇ ਹਰ ਥਾਂ ਰੱਬ ਦੀ ਸਰਵ ਵਿਆਪਕਤਾ ਦੀ ਭਾਵਨਾ ਵਿੱਚੋਂ ਪੈਦਾ ਹੋਏ ਸਨ। ਗੁਰੂ ਸਾਹਿਬ ਜੀ ਨੇ ਆਪਣੇ ਪੋਤਰੇ ਬਾਬਾ ਹਰ ਰਾਏ ਜੀ ਨੂੰ ਗੁਰਗੱਦੀ ਤੇ ਬਿਰਾਜਮਾਨ ਕਰਵਾਇਆ ਅਤੇ ਆਪ 1644 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ।